ਪਿਆਰੇ ਵਿਦਿਆਰਥੀਓ, ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਮੈਂ ਆਰਤੀ ਦੇਵੀ, ਗਵਰਨਮੈਂਟ ਹਾਈ ਸਕੂਲ ਬਾੜ ਸਾਹਿਬ, ਜ਼ਿਲ੍ਹਾ ਪਠਾਨਕੋਟ ਵਿੱਚ ਬਤੌਰ ਸਾਇੰਸ ਮਿਸਟਰਸ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ। ਅੱਜ ਇਸ ਲੈਕਚਰ ਵਿੱਚ ਅਸੀਂ ਕਲਾਸ 10ਵੀਂ ਦਾ ਚੈਪਟਰ 3 ਮੈਟਲਸ ਐਂਡ ਨੌਨ ਮੈਟਲਸ ਧਾਤਾਂ ਅਤੇ ਅਧਾਤਾਂ ਬਾਰੇ ਵਿਸਥਾਰਪੂਰਵਕ ਪੜ੍ਹਾਂਗੇ। ਪਿਆਰੇ ਵਿਦਿਆਰਥੀਓ, ਪਿਛਲੀਆਂ ਜਮਾਤਾਂ ਵਿੱਚ ਤੁਸੀਂ ਐਲੀਮੈਂਟਸ ਬਾਰੇ ਪੜ੍ਹਿਆ ਹੋਵੇਗਾ। ਐਲੀਮੈਂਟਸ ਮੀਨਸ ਤੱਤ। ਐਲੀਮੈਂਟਸ ਨੂੰ ਮੁੱਖ ਰੂਪ ਵਿੱਚ 3 ਭਾਗਾਂ ਵਿੱਚ ਵੰਡਿਆ ਹੋਇਆ ਹੈ: ਮੈਟਲਸ, ਨੌਨ ਮੈਟਲਸ ਅਤੇ ਮੈਟਲੋਇਡਸ। ਧਾਤਾਂ, ਅਧਾਤਾਂ ਅਤੇ ਉਪ ਧਾਤਾਂ। ਲੋਹਾ, ਚਾਂਦੀ, ਸੋਨਾ ਇਹ ਧਾਤਾਂ ਦੀ ਉਦਾਹਰਨ ਹੈ। ਸਲਫਰ, ਬ੍ਰੋਮੀਨ, ਕਾਰਬਨ, ਆਕਸੀਜਨ ਇਹ ਅਧਾਤਾਂ ਦੀ ਉਦਾਹਰਨ ਹੈ। ਸਿਲੀਕੌਨ, ਐਂਟੀਮਨੀ, ਜਰਮੇਨੀਅਮ, ਬੋਰੋਨ ਇਹ ਉਪ ਧਾਤਾਂ ਦੀ ਉਦਾਹਰਨ ਹੈ। ਆਓ ਹੁਣ ਇਹਨਾਂ ਬਾਰੇ ਵਿਸਥਾਰਪੂਰਵਕ ਪੜ੍ਹੀਏ। ਮੈਟਲਸ ਮੀਨਸ ਧਾਤਾਂ। ਪਿਆਰੇ ਵਿਦਿਆਰਥੀਓ, ਅਜਿਹੇ ਤੱਤ ਜਿਹੜੇ ਇਲੈਕਟ੍ਰੋਨ ਦੇਣ ਦੀ ਸਮਰੱਥਾ ਰੱਖਦੇ ਹੋਣ ਅਤੇ ਧਨ ਚਾਰਜ ਆਇਨ ਬਣਾਉਂਦੇ ਹਨ, ਉਹਨਾਂ ਨੂੰ ਅਸੀਂ ਮੈਟਲਸ ਕਹਿੰਦੇ ਹਨ। ਉਦਾਹਰਨ ਵਜੋਂ ਸੋਡੀਅਮ, ਮੈਗਨੀਸ਼ੀਅਮ, ਆਇਰਨ। ਸੋਡੀਅਮ ਦੀ ਇਲੈਕਟ੍ਰੋਨਿਕ ਤਰਤੀਬ 281 ਹੈ, ਕਿਉਂਕਿ ਇਸ ਦਾ ਪਰਮਾਣੂ ਅੰਕ 11 ਹੈ। ਆਪਣੀ ਇਲੈਕਟ੍ਰੋਨਿਕ ਤਰਤੀਬ ਨੂੰ ਸਟੇਬਲ ਕਰਨ ਲਈ ਇਹ ਆਪਣਾ ਇੱਕ ਇਲੈਕਟ੍ਰੋਨ ਛੱਡ ਦਿੰਦਾ ਹੈ ਅਤੇ ਆਪਣੇ ਉੱਪਰ ਧਨ ਦਾ ਇੱਕ ਚਾਰਜ ਲੈ ਆਉਂਦਾ ਹੈ। ਇਸ ਲਈ ਇਹ ਮੈਟਲ ਹੈ। ਮੈਗਨੀਸ਼ੀਅਮ ਦੀ ਇਲੈਕਟ੍ਰੋਨਿਕ ਤਰਤੀਬ 282 ਹੈ। ਇਸ ਦੇ ਬਾਹਰੀ ਸ਼ੈੱਲ ਵਿੱਚ 2 ਇਲੈਕਟ੍ਰੋਨ ਹਨ। ਆਪਣੀ ਇਲੈਕਟ੍ਰੋਨਿਕ ਤਰਤੀਬ ਨੂੰ ਸਟੇਬਲ ਕਰਨ ਲਈ ਇਹ ਆਪਣੇ 2 ਇਲੈਕਟ੍ਰੋਨ ਛੱਡ ਦਿੰਦਾ ਹੈ ਅਤੇ ਆਪਣੇ ਉੱਪਰ ਧਨ ਦਾ 2 ਚਾਰਜ ਲੈ ਆਉਂਦਾ ਹੈ। ਇਸ ਲਈ ਇਹ ਮੈਟਲ ਹੈ। ਨੌਨ ਮੈਟਲਸ ਮੀਨਸ ਅਧਾਤਾਂ। ਉਹ ਸਾਰੇ ਤੱਤ ਜਿਹੜੇ ਇਲੈਕਟ੍ਰੋਨ ਲੈਣ ਦੀ ਸਮਰੱਥਾ ਰੱਖਦੇ ਹਨ ਅਤੇ ਰਿਣ ਚਾਰਜ ਆਇਨ ਬਣਾਉਂਦੇ ਹਨ, ਉਹਨਾਂ ਨੂੰ ਅਸੀਂ ਨੌਨ ਮੈਟਲਸ ਕਹਿੰਦੇ ਹਾਂ। ਉਦਾਹਰਨ ਵਜੋਂ ਸਲਫਰ, ਬ੍ਰੋਮੀਨ, ਆਕਸੀਜਨ, ਫਲੋਰੀਨ ਆਦਿ। ਆਕਸੀਜਨ ਦੀ ਇਲੈਕਟ੍ਰੋਨਿਕ ਤਰਤੀਬ 2-6 ਹੈ। ਇਸ ਦੇ ਬਾਹਰੀ ਸ਼ੈੱਲ ਵਿੱਚ 6 ਇਲੈਕਟ੍ਰੋਨ ਹਨ। ਆਪਣੀ ਇਲੈਕਟ੍ਰੋਨਿਕ ਤਰਤੀਬ ਨੂੰ ਸਟੇਬਲ ਕਰਨ ਲਈ ਇਹ 2 ਇਲੈਕਟ੍ਰੋਨ ਲੈਣ ਦੀ ਸਮਰੱਥਾ ਰੱਖਦਾ ਹੈ ਅਤੇ ਆਪਣੀ ਇਲੈਕਟ੍ਰੋਨਿਕ ਤਰਤੀਬ ਨੂੰ ਸਟੇਬਲ ਕਰ ਲੈਂਦਾ ਹੈ। ਨਤੀਜੇ ਵਜੋਂ ਇਸ ਉੱਤੇ 2 ਨੈਗੇਟਿਵ ਚਾਰਜ ਆਉਂਦਾ ਹੈ। ਇਸੇ ਤਰ੍ਹਾਂ ਫਲੋਰੀਨ, ਇਸ ਦੀ ਇਲੈਕਟ੍ਰੋਨਿਕ ਤਰਤੀਬ 2-7 ਹੈ। ਬਾਹਰੀ ਸ਼ੈੱਲ ਵਿੱਚ 1 ਇਲੈਕਟ੍ਰੋਨ ਦੀ ਕਮੀ ਹੋਣ ਕਰਕੇ ਇਹ 1 ਇਲੈਕਟ੍ਰੋਨ ਲੈ ਲੈਂਦਾ ਹੈ ਅਤੇ ਆਪਣੇ ਉੱਪਰ ਰਿਣ ਦਾ 1 ਚਾਰਜ ਲੈ ਆਉਂਦਾ ਹੈ। ਇਲੈਕਟ੍ਰੋਨਿਕ ਤਰਤੀਬ 2-8 ਕਰਕੇ ਇਹ ਆਪਣੀ ਇਲੈਕਟ੍ਰੋਨਿਕ ਤਰਤੀਬ ਨੂੰ ਸਟੇਬਲ ਕਰ ਲੈਂਦਾ ਹੈ। ਇਹ ਅਧਾਤਾਂ ਹਨ। ਮੈਟਲੋਇਡਸ ਉਪ ਧਾਤਾਂ। ਉਹ ਸਾਰੇ ਤੱਤ ਜਿਨ੍ਹਾਂ ਵਿੱਚ ਮੈਟਲਸ ਅਤੇ ਨੌਨ ਮੈਟਲਸ ਦੇ ਗੁਣ ਹੋਣ, ਉਹਨਾਂ ਨੂੰ ਅਸੀਂ ਮੈਟਲੋਇਡਸ ਮੀਨਸ ਉਪ ਧਾਤਾਂ ਕਹਿੰਦੇ ਹਨ। ਉਦਾਹਰਨ ਵਜੋਂ ਸਿਲੀਕੌਨ, ਜਰਮੇਨੀਅਮ ਅਤੇ ਆਰਸੈਨਿਕ।
ਪ੍ਰੋਪਰਟੀਜ਼ ਆਫ ਮੈਟਲਸ, ਧਾਤਾਂ ਦੇ ਗੁਣ। ਸੋਲਿਡ ਮੀਨਸ ਠੋਸ। ਜ਼ਿਆਦਾਤਰ ਧਾਤਾਂ ਠੋਸ ਅਵਸਥਾ ਵਿੱਚ ਹੀ ਪਾਈਆਂ ਜਾਂਦੀਆਂ ਹਨ, ਪਰ ਮਰਕਰੀ ਅਜਿਹੀ ਧਾਤ ਹੈ ਜਿਹੜੀ ਤਰਲ ਅਵਸਥਾ ਵਿੱਚ ਪਾਈ ਜਾਂਦੀ ਹੈ। ਹਾਰਡ ਮੀਨਸ ਕਠੋਰ। ਧਾਤਾਂ ਆਮ ਕਰਕੇ ਕਠੋਰ ਹੁੰਦੀਆਂ ਹਨ। ਹਰ ਧਾਤ ਦੀ ਕਠੋਰਤਾ ਵੱਖ-ਵੱਖ ਹੁੰਦੀ ਹੈ। ਜਿਵੇਂ ਲੋਹਾ ਬਹੁਤ ਹੀ ਕਠੋਰ ਹੁੰਦਾ ਹੈ, ਪਰ ਸੋਡੀਅਮ ਦੀ ਕਠੋਰਤਾ ਘੱਟ ਹੋਣ ਕਰਕੇ ਇਸ ਨੂੰ ਆਸਾਨੀ ਨਾਲ ਅਸੀਂ ਚਾਕੂ ਨਾਲ ਕੱਟ ਸਕਦੇ ਹਾਂ। ਮੈਟੈਲਿਕ ਲਸਟਰ ਮੀਨਸ ਚਮਕਦਾਰ। ਧਾਤਾਂ ਆਮ ਕਰਕੇ ਚਮਕਦਾਰ ਹੀ ਹੁੰਦੀਆਂ ਹਨ, ਕਿਉਂਕਿ ਇਹਨਾਂ ਦੀ ਧਾਤਵੀ ਚਮਕ ਹੁੰਦੀ ਹੈ। ਸ਼ੁੱਧ ਅਵਸਥਾ ਵਿੱਚ ਜ਼ਿਆਦਾਤਰ ਧਾਤਾਂ ਚਮਕਦਾਰ ਪਾਈਆਂ ਜਾਂਦੀਆਂ ਹਨ, ਜਿਵੇਂ ਸੋਨਾ, ਚਾਂਦੀ, ਕਾਪਰ ਆਦਿ। ਹਾਈ ਮੈਲਟਿੰਗ ਪੁਆਇੰਟ ਮੀਨਸ ਉੱਚ ਪਿਘਲਾਓ ਦਰਜਾ। ਧਾਤਾਂ ਦੀ ਕਠੋਰਤਾ ਕਰਕੇ ਇਹਨਾਂ ਦਾ ਪਿਘਲਾਓ ਦਰਜਾ ਵੀ ਬਹੁਤ ਹੀ ਉੱਚਾ ਹੁੰਦਾ ਹੈ। ਪਰ ਗੈਲੀਅਮ ਅਤੇ ਸੀਜ਼ੀਅਮ ਅਜਿਹੀਆਂ ਧਾਤਾਂ ਹਨ ਜਿਨ੍ਹਾਂ ਦਾ ਪਿਘਲਾਓ ਦਰਜਾ ਬਹੁਤ ਹੀ ਨੀਵਾਂ ਹੁੰਦਾ ਹੈ। ਜੇਕਰ ਤੁਸੀਂ ਇਹਨਾਂ ਨੂੰ ਆਪਣੀ ਹਥੇਲੀ ਉੱਤੇ ਰੱਖੋਗੇ ਤਾਂ ਇਹ ਬਹੁਤ ਹੀ ਜਲਦ ਪਿਘਲ ਜਾਣਗੀਆਂ। ਹਾਈ ਬੋਇਲਿੰਗ ਪੁਆਇੰਟ ਉੱਚ ਉਬਾਲ ਦਰਜਾ। ਠੋਸ ਅਤੇ ਕਠੋਰ ਹੋਣ ਕਰਕੇ ਇਹਨਾਂ ਦਾ ਉਬਾਲ ਦਰਜਾ ਵੀ ਬਹੁਤ ਉੱਚਾ ਹੁੰਦਾ ਹੈ। ਭਾਵ ਇਹਨਾਂ ਨੂੰ ਉਬਾਲਣ ਲਈ ਸਾਨੂੰ ਉੱਚ ਤਾਪਮਾਨ ਦੀ ਲੋੜ ਹੁੰਦੀ ਹੈ। ਮੈਲੇਬਲ ਮੀਨਸ ਕੁਟੀਨਯੋਗ। ਧਾਤਾਂ ਨੂੰ ਅਸੀਂ ਕੁੱਟ ਕੇ ਇਹਨਾਂ ਦੀਆਂ ਸ਼ੀਟਸ ਜਾਂ ਚਾਦਰਾਂ ਬਣਾ ਸਕਦੇ ਹਾਂ, ਜਿਵੇਂ ਲੋਹਾ, ਕਾਪਰ, ਸੋਨਾ ਆਦਿ। ਡਕਟਾਈਲ ਮੀਨਸ ਖਿਚੀਨਯੋਗ। ਧਾਤਾਂ ਨੂੰ ਖਿੱਚ ਕੇ ਇਹਨਾਂ ਦੀਆਂ ਤਾਰਾਂ ਬਣਾਈਆਂ ਜਾ ਸਕਦੀਆਂ ਹਨ, ਜਿਵੇਂ ਐਲੂਮੀਨੀਅਮ, ਕਾਪਰ, ਲੋਹਾ ਆਦਿ। ਸੋਨਰਸ ਮੀਨਸ ਧੁਨੀਦਾਰ। ਧਾਤਾਂ ਜਦੋਂ ਕਿਸੇ ਠੋਸ ਵਸਤੂ ਨਾਲ ਟਕਰਾਈਆਂ ਜਾਂਦੀਆਂ ਹਨ ਤਾਂ ਇਹਨਾਂ ਵਿੱਚ ਧੁਨੀ ਪੈਦਾ ਹੁੰਦੀ ਹੈ। ਉਦਾਹਰਨ ਵਜੋਂ ਸਕੂਲ ਦੀਆਂ ਘੰਟੀਆਂ ਧਾਤਾਂ ਦੀਆਂ ਬਣਾਈਆਂ ਜਾਂਦੀਆਂ ਹਨ, ਕਿਉਂਕਿ ਇਹ ਧੁਨੀ ਉਤਪੰਨ ਕਰਦੀਆਂ ਹਨ। ਗੁੱਡ ਕੰਡਕਟਰ ਆਫ ਹੀਟ ਮੀਨਸ ਤਾਪ ਸੁਚਾਲਕ। ਧਾਤਾਂ ਵਿੱਚ ਆਸਾਨੀ ਨਾਲ ਤਾਪ ਲੰਘ ਜਾਂਦਾ ਹੈ, ਇਸ ਲਈ ਇਹਨਾਂ ਨੂੰ ਤਾਪ ਸੁਚਾਲਕ ਕਹਿੰਦੇ ਹਨ। ਘਰਾਂ ਵਿੱਚ ਅਸੀਂ ਬਰਤਨ ਵਰਤਦੇ ਹਾਂ, ਉਹ ਸਾਰੇ ਹੀ ਧਾਤਾਂ ਦੇ ਬਣਾਏ ਜਾਂਦੇ ਹਨ ਤਾਂ ਜੋ ਉਹਨਾਂ ਵਿੱਚੋਂ ਤਾਪ ਜਲਦੀ ਨਿਕਲ ਸਕੇ ਅਤੇ ਖਾਣਾ ਆਸਾਨੀ ਨਾਲ ਬਣ ਜਾਵੇ। ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ ਬਿਜਲੀ ਸੁਚਾਲਕ। ਧਾਤਾਂ ਵਿੱਚੋਂ ਆਸਾਨੀ ਨਾਲ ਕਰੰਟ ਨਿਕਲ ਜਾਂਦਾ ਹੈ, ਇਸ ਲਈ ਅਸੀਂ ਇਹਨਾਂ ਨੂੰ ਬਿਜਲੀ ਸੁਚਾਲਕ ਕਹਿੰਦੇ ਹਾਂ। ਬਿਜਲੀ ਦੇ ਉਪਕਰਨਾਂ ਵਿੱਚ ਲੋਹਾ, ਐਲੂਮੀਨੀਅਮ, ਕਾਪਰ ਆਦਿ ਦੀਆਂ ਤਾਰਾਂ ਵਰਤੀਆਂ ਜਾਂਦੀਆਂ ਹਨ, ਕਿਉਂਕਿ ਇਹ ਬਿਜਲੀ ਦੀਆਂ ਚੰਗੀਆਂ ਸੁਚਾਲਕ ਹਨ।
ਹਾਈ ਡੈਂਸਿਟੀ ਉੱਚ ਘਨਤਾ। ਧਾਤਾਂ ਠੋਸ ਹੋਣ ਦੀ ਵਜ੍ਹਾ ਨਾਲ ਉੱਚ ਘਨਤਾ ਰੱਖਦੀਆਂ ਹਨ, ਭਾਵ ਇਹਨਾਂ ਦੀ ਡੈਂਸਿਟੀ ਬਹੁਤ ਹੀ ਹਾਈ ਹੁੰਦੀ ਹੈ। ਹਾਈ ਟੈਂਸਾਈਲ ਸਟਰੈਂਥ, ਉੱਚ ਲਚੀਲਾਪਨ। ਧਾਤਾਂ ਦਾ ਲਚੀਲਾਪਨ ਉੱਚਾ ਹੁੰਦਾ ਹੈ, ਭਾਵ ਇਹਨਾਂ ਦੀ ਲੋਡਿੰਗ ਕੈਪੈਸਿਟੀ ਹਾਈ ਹੁੰਦੀ ਹੈ। ਇਹ ਜ਼ਿਆਦਾ ਲੋਡ ਨੂੰ ਆਸਾਨੀ ਨਾਲ ਚੁੱਕ ਲੈਂਦੀਆਂ ਹਨ। ਪ੍ਰੋਪਰਟੀਜ਼ ਆਫ ਨੌਨ ਮੈਟਲਸ, ਅਧਾਤਾਂ ਦੇ ਗੁਣ। ਅਧਾਤਾਂ ਤਿੰਨਾਂ ਹੀ ਅਵਸਥਾਵਾਂ ਵਿੱਚ ਮਿਲਦੀਆਂ ਹਨ: ਸੋਲਿਡ, ਲਿਕੁਇਡ ਐਂਡ ਗੈਸ। ਫਾਸਫੋਰਸ, ਕਾਰਬਨ ਅਤੇ ਸਲਫਰ ਵਰਗੀਆਂ ਅਜਿਹੀਆਂ ਅਧਾਤਾਂ ਹਨ ਜੋ ਸੋਲਿਡ ਅਵਸਥਾ ਵਿੱਚ ਮਿਲਦੀਆਂ ਹਨ। ਬ੍ਰੋਮੀਨ ਇੱਕ ਅਜਿਹੀ ਅਧਾਤ ਹੈ ਜੋ ਲਿਕੁਇਡ ਅਵਸਥਾ ਵਿੱਚ ਪਾਈ ਜਾਂਦੀ ਹੈ। ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ ਅਤੇ ਕਲੋਰੀਨ ਵਰਗੀਆਂ ਅਧਾਤਾਂ ਗੈਸੀ ਅਵਸਥਾ ਵਿੱਚ ਮਿਲਦੀਆਂ ਹਨ। ਸੌਫਟ ਮੀਨਸ ਨਰਮ। ਅਧਾਤਾਂ ਜ਼ਿਆਦਾਤਰ ਨਰਮ ਹੀ ਹੁੰਦੀਆਂ ਹਨ। ਇਹ ਭੁਰਭੁਰੀਆਂ ਹੁੰਦੀਆਂ ਹਨ, ਪਰ ਕਾਰਬਨ ਦਾ ਭਿੰਨ ਰੂਪਤਾ ਬਾਰੇ ਤੁਸੀਂ ਪੜ੍ਹਿਆ ਹੀ ਹੋਵੇਗਾ ਕਿ ਕਾਰਬਨ ਦੇ ਦੋ ਭਿੰਨ ਰੂਪ ਹੁੰਦੇ ਹਨ, ਹੀਰਾ ਅਤੇ ਗ੍ਰੇਫਾਈਟ। ਇਸ ਵਿੱਚ ਹੀਰਾ ਇੱਕ ਅਜਿਹੀ ਅਧਾਤ ਹੈ ਜੋ ਬਹੁਤ ਹੀ ਕਠੋਰ ਹੁੰਦੀ ਹੈ। ਇਸ ਨੂੰ ਆਸਾਨੀ ਨਾਲ ਨਹੀਂ ਕੱਟਿਆ ਜਾ ਸਕਦਾ। ਨੌਨ ਲਸਟਰਸ ਅਧਾਤਾਂ ਚਮਕਦਾਰ ਨਹੀਂ ਹੁੰਦੀਆਂ। ਇਹ ਖੁਰਦਰੀਆਂ ਹੁੰਦੀਆਂ ਹਨ, ਪਰ ਆਇਓਡੀਨ ਇੱਕ ਅਜਿਹੀ ਅਧਾਤ ਹੈ ਜੋ ਚਮਕਦਾਰ ਹੁੰਦੀ ਹੈ। ਲੋ ਮੈਲਟਿੰਗ ਪੁਆਇੰਟ, ਘੱਟ ਪਿਘਲਾਓ ਦਰਜਾ। ਅਧਾਤਾਂ ਦਾ ਪਿਘਲਾਓ ਦਰਜਾ ਬਹੁਤ ਹੀ ਘੱਟ ਹੁੰਦਾ ਹੈ। ਇਹ ਘੱਟ ਤਾਪਮਾਨ ਉੱਤੇ ਹੀ ਪਿਘਲ ਜਾਂਦੀਆਂ ਹਨ, ਪਰ ਕਾਰਬਨ ਦਾ ਭਿੰਨ ਰੂਪ ਹੀਰਾ ਇੱਕ ਅਜਿਹੀ ਅਧਾਤ ਹੈ ਜੋ ਕਠੋਰ ਅਵਸਥਾ ਵਿੱਚ ਮਿਲਦੀ ਹੈ। ਇਸ ਦਾ ਪਿਘਲਾਓ ਦਰਜਾ ਬਹੁਤ ਹੀ ਉੱਚਾ ਹੁੰਦਾ ਹੈ। ਲੋ ਬੋਇਲਿੰਗ ਪੁਆਇੰਟ, ਅਧਾਤਾਂ ਦਾ ਉਬਾਲ ਦਰਜਾ ਬਹੁਤ ਹੀ ਘੱਟ ਹੁੰਦਾ ਹੈ। ਇਹ ਘੱਟ ਤਾਪਮਾਨ ਉੱਤੇ ਹੀ ਉਬਲ ਸਕਦੀਆਂ ਹਨ, ਪਰ ਕਾਰਬਨ ਦਾ ਭਿੰਨ ਰੂਪ ਹੀਰਾ ਅਜਿਹੀ ਅਧਾਤ ਹੈ ਜਿਸ ਦਾ ਉਬਾਲ ਦਰਜਾ ਬਹੁਤ ਹੀ ਉੱਚਾ ਹੁੰਦਾ ਹੈ। ਨੌਨ ਮੈਲੇਬਲ, ਨਾ ਕੁਟੀਨਯੋਗ। ਸਾਰੀਆਂ ਹੀ ਅਧਾਤਾਂ ਕੁਟੀਨਯੋਗ ਨਹੀਂ ਹੁੰਦੀਆਂ, ਭਾਵ ਇਹਨਾਂ ਨੂੰ ਕੁੱਟ ਕੇ ਇਹਨਾਂ ਦੀਆਂ ਚਾਦਰਾਂ ਜਾਂ ਸ਼ੀਟਸ ਨਹੀਂ ਬਣਾਈਆਂ ਜਾ ਸਕਦੀਆਂ। ਇਹ ਬਹੁਤ ਹੀ ਭੁਰਭੁਰੀਆਂ ਹੁੰਦੀਆਂ ਹਨ। ਨੌਨ ਡਕਟਾਈਲ, ਨਾ ਖਿਚੀਨਯੋਗ। ਅਧਾਤਾਂ ਭੁਰਭੁਰੀਆਂ ਹੋਣ ਕਰਕੇ ਖਿਚੀਨਯੋਗ ਨਹੀਂ ਹੁੰਦੀਆਂ, ਭਾਵ ਇਹਨਾਂ ਨੂੰ ਖਿੱਚ ਕੇ ਇਹਨਾਂ ਦੀਆਂ ਤਾਰਾਂ ਨਹੀਂ ਬਣਾਈਆਂ ਜਾ ਸਕਦੀਆਂ। ਨੌਨ ਸੋਨਰਸ, ਧੁਨੀ ਰਹਿਤ। ਜਿਵੇਂ ਕਿ ਧਾਤਾਂ ਧੁਨੀ ਉਤਪੰਨ ਕਰਦੀਆਂ ਸਨ, ਪਰ ਅਧਾਤਾਂ ਵਿੱਚ ਕਿਸੇ ਵੀ ਠੋਸ ਪਦਾਰਥ ਨਾਲ ਟਕਰਾਉਣ 'ਤੇ ਧੁਨੀ ਪੈਦਾ ਨਹੀਂ ਹੁੰਦੀ। ਇਹ ਬਹੁਤ ਹੀ ਜਲਦ ਭੁਰ ਜਾਂਦੀਆਂ ਹਨ। ਬੈਡ ਕੰਡਕਟਰ ਆਫ ਹੀਟ, ਤਾਪ ਕੁਚਾਲਕ। ਅਧਾਤਾਂ ਸਾਰੀਆਂ ਹੀ ਤਾਪ ਦੀਆਂ ਕੁਚਾਲਕ ਹੁੰਦੀਆਂ ਹਨ, ਭਾਵ ਇਹਨਾਂ ਵਿੱਚੋਂ ਤਾਪ
ਆਸਾਨੀ ਨਾਲ ਨਹੀਂ ਲੰਘ ਸਕਦਾ। ਪਰ ਕਾਰਬਨ ਦਾ ਭਿੰਨ ਰੂਪ ਹੀਰਾ ਅਜਿਹੀ ਅਧਾਤ ਹੈ ਜੋ ਤਾਪ ਦਾ ਸੁਚਾਲਕ ਹੈ। ਬੈਡ ਕੰਡਕਟਰ ਆਫ ਇਲੈਕਟ੍ਰਿਸਿਟੀ, ਬਿਜਲੀ ਕੁਚਾਲਕ। ਅਧਾਤਾਂ ਵਿੱਚੋਂ ਤਾਪ ਅਤੇ ਬਿਜਲੀ ਆਸਾਨੀ ਨਾਲ ਨਹੀਂ ਲੰਘਦਾ, ਇਸ ਲਈ ਇਹ ਇਲੈਕਟ੍ਰਿਸਿਟੀ ਭਾਵ ਬਿਜਲੀ ਦੀਆਂ ਕੁਚਾਲਕ ਹੁੰਦੀਆਂ ਹਨ। ਪਰ ਕਾਰਬਨ ਦਾ ਭਿੰਨ ਰੂਪ ਗ੍ਰੇਫਾਈਟ ਅਜਿਹੀ ਅਧਾਤ ਹੈ ਜਿਸ ਵਿੱਚ ਬਿਜਲੀ ਲੰਘ ਸਕਦੀ ਹੈ। ਇਹ ਬਿਜਲੀ ਦੇ ਸੁਚਾਲਕ ਹੈ। ਲੋ ਡੈਂਸਿਟੀ, ਅਧਾਤਾਂ ਦੀ ਘਣਤਾ ਬਹੁਤ ਹੀ ਘੱਟ ਹੁੰਦੀ ਹੈ। ਲੋ ਟੈਂਸਾਈਲ ਸਟਰੈਂਥ, ਘੱਟ ਲਚੀਲਾਪਨ। ਸਾਰੀਆਂ ਹੀ ਅਧਾਤਾਂ ਦਾ ਲਚੀਲਾਪਨ ਬਹੁਤ ਹੀ ਘੱਟ ਹੁੰਦਾ ਹੈ, ਭਾਵ ਇਹਨਾਂ ਦੀ ਲੋਡਿੰਗ ਕਪੈਸਿਟੀ ਬਹੁਤ ਹੀ ਘੱਟ ਹੁੰਦੀ ਹੈ। ਧਾਤਾਂ ਦੇ ਭੌਤਿਕ ਗੁਣਾਂ ਤੋਂ ਬਾਅਦ ਆਓ ਹੁਣ ਧਾਤਾਂ ਦੇ ਰਸਾਇਣਿਕ ਗੁਣਾਂ ਦਾ ਅਧਿਐਨ ਕਰੀਏ। ਕੈਮੀਕਲ ਪ੍ਰੋਪਰਟੀਜ਼ ਆਫ ਮੈਟਲਸ, ਧਾਤਾਂ ਦੇ ਰਸਾਇਣਿਕ ਗੁਣ। What happens when metals are burnt in air? ਕੀ ਹੁੰਦਾ ਹੈ ਜਦੋਂ ਧਾਤਾਂ ਨੂੰ ਹਵਾ ਵਿੱਚ ਜਲਾਇਆ ਜਾਂਦਾ ਹੈ? ਧਾਤ ਆਕਸੀਜਨ ਨਾਲ ਕਿਰਿਆ ਕਰਕੇ ਧਾਤਵੀ ਆਕਸਾਈਡ ਬਣਾਉਂਦੀਆਂ ਹਨ। Means metal reacts with oxygen and form metal oxide. For example, magnesium. ਮੈਗਨੀਸ਼ੀਅਮ ਨੂੰ ਜਦੋਂ ਹਵਾ ਵਿੱਚ ਜਲਾਇਆ ਜਾਂਦਾ ਹੈ ਤਾਂ ਇਹ ਆਕਸੀਜਨ ਨਾਲ ਕਿਰਿਆ ਕਰਕੇ ਮੈਗਨੀਸ਼ੀਅਮ ਆਕਸਾਈਡ ਬਣਾਉਂਦੀ ਹੈ। ਮੈਗਨੀਸ਼ੀਅਮ reacts with oxygen and form magnesium oxide. ਇਸ ਕਿਰਿਆ ਨੂੰ ਅਸੀਂ ਸੰਯੋਜਨ ਕਿਰਿਆ ਜਾਂ ਫਿਰ ਕੰਬੀਨੇਸ਼ਨ ਰਿਐਕਸ਼ਨ ਕਹਿੰਦੇ ਹਾਂ, ਕਿਉਂਕਿ ਇਸ ਵਿੱਚ ਮੈਗਨੀਸ਼ੀਅਮ ਅਤੇ ਆਕਸੀਜਨ ਦੋ ਰਿਐਕਟੈਂਟਸ ਮਿਲ ਕੇ ਮੈਗਨੀਸ਼ੀਅਮ ਆਕਸਾਈਡ ਇੱਕ ਪ੍ਰੋਡਕਟ ਬਣਾਉਂਦੇ ਹਨ। ਅਜਿਹੀ ਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਰਿਐਕਟੈਂਟਸ ਮਿਲ ਕੇ ਇੱਕ ਪ੍ਰੋਡਕਟ ਬਣਾਉਣ, ਅਜਿਹੀ ਕਿਰਿਆ ਨੂੰ ਸੰਯੋਜਨ ਕਿਰਿਆ ਜਾਂ ਫਿਰ ਕੰਬੀਨੇਸ਼ਨ ਰਿਐਕਸ਼ਨ ਕਹਿੰਦੇ ਹਨ। ਵੱਖ-ਵੱਖ ਧਾਤਾਂ ਆਕਸੀਜਨ ਨਾਲ ਭਿੰਨ-ਭਿੰਨ ਕਿਰਿਆਸ਼ੀਲਤਾ ਪ੍ਰਦਰਸ਼ਿਤ ਕਰਦੀਆਂ ਹਨ। ਜਿਵੇਂ ਪੋਟਾਸ਼ੀਅਮ ਅਤੇ ਸੋਡੀਅਮ ਅਜਿਹੀਆਂ ਧਾਤਾਂ ਹਨ ਜੋ ਬਹੁਤ ਹੀ ਤੇਜ਼ੀ ਨਾਲ ਪ੍ਰਤੀਕਿਰਿਆ ਕਰਦੀਆਂ ਹਨ ਅਤੇ ਜੇਕਰ ਇਹਨਾਂ ਨੂੰ ਖੁੱਲ੍ਹੇ ਵਿੱਚ ਰੱਖਿਆ ਜਾਵੇ ਤੇ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ। ਇਸ ਲਈ ਸੁਰੱਖਿਅਤ ਰੱਖਣ ਅਤੇ ਅਚਾਨਕ ਅੱਗ ਲੱਗਣ ਤੋਂ ਬਚਾਉਣ ਲਈ ਇਹਨਾਂ ਨੂੰ ਮਿੱਟੀ ਦੇ ਤੇਲ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ। ਪਰ ਸਿਲਵਰ ਅਤੇ ਗੋਲਡ ਅਜਿਹੀਆਂ ਧਾਤਾਂ ਹਨ ਜੋ ਆਕਸੀਜਨ ਨਾਲ ਉੱਚ ਤਾਪਮਾਨ 'ਤੇ ਵੀ ਕਿਰਿਆ ਨਹੀਂ ਕਰਦੀਆਂ। ਨਾਓ ਨੈਕਸਟ ਪ੍ਰੋਪਰਟੀ ਇਜ਼ reaction of metal with water. What happens when metal reacts with water? ਕੀ ਹੁੰਦਾ ਹੈ ਜਦੋਂ ਧਾਤਾਂ ਪਾਣੀ ਨਾਲ ਕਿਰਿਆ ਕਰਦੀਆਂ ਹਨ? ਪਿਆਰੇ ਬੱਚਿਓ, ਧਾਤਾਂ ਪਾਣੀ ਨਾਲ ਕਿਰਿਆ ਕਰਕੇ ਧਾਤਵੀ ਹਾਈਡਰੋਕਸਾਈਡ, ਹਾਈਡਰੋਜਨ ਅਤੇ ਤਾਪ ਊਰਜਾ ਪੈਦਾ ਕਰਦੀਆਂ ਹਨ। Metal reacts with water and form metal hydroxide, hydrogen and liberation of heat. For example, sodium. ਸੋਡੀਅਮ ਜਦੋਂ ਪਾਣੀ ਨਾਲ ਕਿਰਿਆ ਕਰਦਾ ਹੈ ਤਾਂ ਇਹ ਸੋਡੀਅਮ ਹਾਈਡਰੋਕਸਾਈਡ, ਹਾਈਡਰੋਜਨ ਅਤੇ ਹੀਟ, ਤਾਪ ਪੈਦਾ ਕਰਦਾ ਹੈ। ਇਸ ਕਿਰਿਆ ਨੂੰ ਅਸੀਂ ਤਾਪ ਨਿਕਾਸੀ ਕਿਰਿਆ ਵੀ ਕਹਿੰਦੇ ਹਾਂ। ਮੀਨਸ ਐਗਜ਼ੋਥਰਮਿਕ ਰਿਐਕਸ਼ਨ। ਅਜਿਹੀ ਕਿਰਿਆ ਜਿਸ ਵਿੱਚ ਤਾਪ ਪੈਦਾ ਹੋਵੇ ਉਸ ਕਿਰਿਆ ਨੂੰ ਅਸੀਂ ਤਾਪ ਨਿਕਾਸੀ ਕਿਰਿਆ ਜਾਂ ਐਗਜ਼ੋਥਰਮਿਕ ਰਿਐਕਸ਼ਨ ਕਹਿੰਦੇ ਹਨ। ਵੱਖ-ਵੱਖ ਧਾਤਾਂ ਦੀ
ਪਾਣੀ ਨਾਲ ਪ੍ਰਤੀਕਿਰਿਆ ਵੱਖ-ਵੱਖ ਹੁੰਦੀ ਹੈ। ਜਿਵੇਂ ਸੋਡੀਅਮ ਅਤੇ ਪੋਟਾਸ਼ੀਅਮ ਦੀ ਸਥਿਤੀ ਵਿੱਚ ਪ੍ਰਤੀਕਿਰਿਆ ਇੰਨੀ ਤੇਜ਼ ਅਤੇ ਤਾਪ ਨਿਕਾਸੀ ਹੁੰਦੀ ਹੈ ਕਿ ਬਾਹਰ ਨਿਕਲਦੀ ਹਾਈਡਰੋਜਨ ਗੈਸ ਨੂੰ ਤੁਰੰਤ ਅੱਗ ਲੱਗ ਜਾਂਦੀ ਹੈ। ਪਰ ਕੈਲਸ਼ੀਅਮ ਧਾਤ ਦੀ ਪਾਣੀ ਨਾਲ ਪ੍ਰਤੀਕਿਰਿਆ ਘੱਟ ਤੇਜ਼ ਹੁੰਦੀ ਹੈ। ਉਤਪੰਨ ਹੋਈ ਤਾਪ ਊਰਜਾ ਹਾਈਡਰੋਜਨ ਨੂੰ ਅੱਗ ਲਾਉਣ ਲਈ ਕਾਫੀ ਨਹੀਂ ਹੁੰਦੀ। ਐਲੂਮੀਨੀਅਮ, ਆਇਰਨ ਅਤੇ ਜ਼ਿੰਕ ਜਿਹੀਆਂ ਧਾਤਾਂ ਨਾ ਤਾਂ ਠੰਡੇ ਪਾਣੀ ਨਾਲ ਅਤੇ ਨਾ ਹੀ ਗਰਮ ਪਾਣੀ ਨਾਲ ਪ੍ਰਤੀਕਿਰਿਆ ਕਰਦੀਆਂ ਹਨ। ਇਸ ਤੋਂ ਇਲਾਵਾ ਲੈਡ, ਕਾਪਰ, ਸਿਲਵਰ ਅਤੇ ਗੋਲਡ ਜਿਹੀਆਂ ਧਾਤਾਂ ਪਾਣੀ ਨਾਲ ਬਿਲਕੁਲ ਵੀ ਪ੍ਰਤੀਕਿਰਿਆ ਨਹੀਂ ਕਰਦੀਆਂ। Now, next property is reactions of metals with acids. What happens when metal react with acids? ਕੀ ਹੁੰਦਾ ਹੈ ਜਦੋਂ ਧਾਤਾਂ ਤੇਜ਼ਾਬਾਂ ਨਾਲ ਕਿਰਿਆ ਕਰਦੀਆਂ ਹਨ? ਪਿਆਰੇ ਬੱਚਿਓ, ਧਾਤ ਤੇਜ਼ਾਬ ਨਾਲ ਕਿਰਿਆ ਕਰਕੇ ਲੂਣ ਅਤੇ ਹਾਈਡਰੋਜਨ ਗੈਸ ਪੈਦਾ ਕਰਦੀਆਂ ਹਨ। Metal reacts with acids and forms salt and hydrogen. For example, zinc. ਜ਼ਿੰਕ ਜਦੋਂ ਸਲਫਿਊਰਿਕ ਤੇਜ਼ਾਬ ਦੇ ਨਾਲ ਕਿਰਿਆ ਕਰਦੀ ਹੈ ਤਾਂ ਇਹ ਜ਼ਿੰਕ ਸਲਫੇਟ ਅਤੇ ਹਾਈਡਰੋਜਨ ਗੈਸ ਬਣਾਉਂਦੀ ਹੈ। ਜ਼ਿੰਕ reacts with sulfuric acid and forms zinc sulfate and hydrogen. ਇਸ ਕਿਰਿਆ ਨੂੰ ਅਸੀਂ ਵਿਸਥਾਪਨ ਕਿਰਿਆ ਜਾਂ ਫਿਰ ਡਿਸਪਲੇਸਮੈਂਟ ਰਿਐਕਸ਼ਨ ਵੀ ਕਹਿੰਦੇ ਹਾਂ। ਕਿਉਂਕਿ ਜ਼ਿੰਕ ਜ਼ਿਆਦਾ ਕਿਰਿਆਸ਼ੀਲ ਹੋਣ ਕਰਕੇ ਸਲਫਿਊਰਿਕ ਐਸਿਡ ਵਿੱਚੋਂ ਹਾਈਡਰੋਜਨ ਨੂੰ ਵਿਸਥਾਪਿਤ ਕਰ ਦਿੰਦਾ ਹੈ ਅਤੇ ਜ਼ਿੰਕ ਸਲਫੇਟ ਬਣਾਉਂਦਾ ਹੈ। ਅਜਿਹੀ ਕਿਰਿਆ ਜਿਸ ਵਿੱਚ ਇੱਕ ਤੱਤ ਦੂਸਰੇ ਤੱਤ ਨੂੰ ਉਸਦੇ ਯੌਗਿਕ ਵਿੱਚੋਂ ਵਿਸਥਾਪਿਤ ਕਰ ਦਿੰਦਾ ਹੈ, ਇਸ ਕਿਰਿਆ ਨੂੰ ਅਸੀਂ ਵਿਸਥਾਪਨ ਕਿਰਿਆ ਜਾਂ ਫਿਰ ਡਿਸਪਲੇਸਮੈਂਟ ਰਿਐਕਸ਼ਨ ਕਹਿੰਦੇ ਹਾਂ। ਇਸ ਵਿੱਚ ਪੈਦਾ ਹੋਈ ਹਾਈਡਰੋਜਨ ਗੈਸ ਦੀ ਉਤਪਤੀ ਨੂੰ ਕਨਫਰਮ ਕਰਨ ਦੇ ਲਈ ਇੱਕ ਐਕਸਪੈਰੀਮੈਂਟ ਕੀਤਾ ਜਾਂਦਾ ਹੈ। ਪੈਦਾ ਹੋਈ ਹਾਈਡਰੋਜਨ ਗੈਸ ਨੂੰ ਸਾਬਣ ਦੇ ਘੋਲ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ। ਇਸ ਵਿੱਚ ਬਬਲਸ ਬਣਦੇ ਹਨ। ਇਹਨਾਂ ਬਬਲਸ ਦੇ ਅੱਗੇ ਜਦੋਂ ਬਲਦੀ ਹੋਈ ਮੋਮਬੱਤੀ ਲੈ ਕੇ ਜਾਂਦੇ ਹਾਂ ਜਾਂ ਮੈਚ ਸਟਿਕ ਲੈ ਕੇ ਜਾਂਦੇ ਹਾਂ ਤਾਂ ਇਹ ਹਾਈਡਰੋਜਨ ਗੈਸ ਜਲਨਸ਼ੀਲ ਹੋਣ ਕਰਕੇ ਪੌਪਿੰਗ ਸਾਊਂਡ ਦੇ ਕੇ ਫਟ ਜਾਂਦੀ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਗੈਸ ਹਾਈਡਰੋਜਨ ਹੈ। ਕਿਉਂਕਿ ਹਾਈਡਰੋਜਨ ਗੈਸ ਬਲਨ 'ਤੇ ਪੌਪਿੰਗ ਸਾਊਂਡ ਦਿੰਦੀ ਹੈ। ਇਹ ਗੈਸ ਜਲਨਸ਼ੀਲ, ਰੰਗਹੀਨ ਅਤੇ ਗੰਧਹੀਨ ਹੁੰਦੀ ਹੈ। ਮੀਨਸ ਇਸ ਦੀ ਨਾ ਤਾਂ ਕੋਈ ਸਮੈਲ ਹੁੰਦੀ ਹੈ ਅਤੇ ਨਾ ਹੀ ਇਸ ਦਾ ਕੋਈ ਰੰਗ ਹੁੰਦਾ ਹੈ। ਵੱਖ-ਵੱਖ ਧਾਤਾਂ ਦੀ ਵੱਖ-ਵੱਖ ਤੇਜ਼ਾਬਾਂ ਨਾਲ ਪ੍ਰਤੀਕਿਰਿਆ ਵੱਖ-ਵੱਖ ਹੁੰਦੀ ਹੈ। ਜਿਵੇਂ ਧਾਤਾਂ ਸਲਫਿਊਰਿਕ ਤੇਜ਼ਾਬ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦੀਆਂ ਹਨ, ਪਰ ਧਾਤਾਂ ਨਾਈਟ੍ਰਿਕ ਤੇਜ਼ਾਬ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਨਹੀਂ ਬਣਾਉਂਦੀਆਂ। ਨਾਓ next property. What happens when metals react with salt of other metals? ਕੀ ਹੁੰਦਾ ਹੈ ਜਦੋਂ ਧਾਤਾਂ ਕਿਸੇ ਧਾਤਵੀ ਲੂਣਾਂ ਦੇ ਘੋਲਾਂ ਨਾਲ ਕਿਰਿਆ ਕਰਦੀਆਂ ਹਨ? ਜਿਵੇਂ ਮੰਨ ਲਵੋ ਕੋਈ ਧਾਤ A ਕਿਸੇ ਧਾਤ B ਦੇ ਲੂਣ ਦੇ ਘੋਲ ਨਾਲ ਕਿਰਿਆ ਕਰਦੀ ਹੈ ਤਾਂ ਇਹ ਧਾਤ A ਦੇ ਲੂਣ ਦਾ ਘੋਲ ਬਣਾਉਂਦੀ ਹੈ
ਅਤੇ ਧਾਤ B ਬਣਾਉਂਦੀ ਹੈ। Metal A reacts with the salt solution of metal B and forms salt solution of metal A and metal B. For example, ਆਇਰਨ ਜਦੋਂ ਕਾਪਰ ਸਲਫੇਟ ਦੇ ਨਾਲ ਕਿਰਿਆ ਕਰਦੀ ਹੈ ਤਾਂ ਇਹ ਆਇਰਨ ਸਲਫੇਟ ਅਤੇ ਕਾਪਰ ਬਣਾਉਂਦੀ ਹੈ। Iron reacts with copper sulfate and form iron sulfate and copper. ਲੋਹੇ ਨੂੰ ਜਦੋਂ ਕਾਪਰ ਸਲਫੇਟ ਦੇ ਨੀਲੇ ਘੋਲ ਵਿੱਚ ਕੁਝ ਸਮੇਂ ਲਈ ਰੱਖਿਆ ਜਾਂਦਾ ਹੈ ਤਾਂ ਅਸੀਂ ਵੇਖਦੇ ਹਾਂ ਕਿ ਉਸ ਲੋਹੇ ਦੇ ਉੱਪਰ ਕਾਪਰ ਦੀ ਇੱਕ ਪਰਤ ਜੰਮ ਜਾਂਦੀ ਹੈ ਅਤੇ ਘੋਲ ਦਾ ਰੰਗ ਨੀਲੇ ਤੋਂ ਫਿੱਕਾ ਹਰਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜੋ ਕਿ ਘੋਲ ਆਇਰਨ ਸਲਫੇਟ ਦਾ ਹੈ। ਪਰ ਕਾਪਰ, ਇਸ ਨੂੰ ਜਦੋਂ ਆਇਰਨ ਸਲਫੇਟ ਦੇ ਘੋਲ ਵਿੱਚ ਪਾਇਆ ਜਾਂਦਾ ਹੈ ਤਾਂ ਕੋਈ ਵੀ ਪ੍ਰਤੀਕਿਰਿਆ ਨਹੀਂ ਹੁੰਦੀ। ਇਸ ਦਾ ਕਾਰਨ ਹੈ ਕਿ ਆਇਰਨ ਕਾਪਰ ਨਾਲੋਂ ਵਧੇਰੇ ਕਿਰਿਆਸ਼ੀਲ ਹੈ। ਇਸ ਕਿਰਿਆ ਨੂੰ ਅਸੀਂ ਡਿਸਪਲੇਸਮੈਂਟ ਰਿਐਕਸ਼ਨ ਜਾਂ ਫਿਰ ਵਿਸਥਾਪਨ ਕਿਰਿਆ ਵੀ ਕਹਿੰਦੇ ਹਾਂ, ਕਿਉਂਕਿ ਇਸ ਵਿੱਚ ਵੀ ਆਇਰਨ ਕਾਪਰ ਸਲਫੇਟ ਦੇ ਘੋਲ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰ ਦਿੰਦਾ ਹੈ ਅਤੇ ਆਇਰਨ ਸਲਫੇਟ ਬਣਾਉਂਦਾ ਹੈ। ਆਓ ਅਸੀਂ ਰਿਐਕਟਿਵਿਟੀ ਸੀਰੀਜ਼ ਬਾਰੇ ਪੜ੍ਹੀਏ। ਰਿਐਕਟਿਵਿਟੀ ਸੀਰੀਜ਼ ਮੀਨਸ ਕਿਰਿਆਸ਼ੀਲਤਾ ਲੜੀ। ਕਿਰਿਆਸ਼ੀਲਤਾ ਲੜੀ ਉਹ ਸੂਚੀ ਹੈ ਜਿਸ ਵਿੱਚ ਧਾਤਾਂ ਨੂੰ ਉਹਨਾਂ ਦੀ ਕਿਰਿਆਸ਼ੀਲਤਾ ਦੇ ਘਟਦੇ ਕ੍ਰਮ ਵਿੱਚ ਰੱਖਿਆ ਗਿਆ ਹੈ। The reactivity series is a list of metals arranged in the order of their decreasing activities. ਇਸ ਸੀਰੀਜ਼ ਦੇ ਵਿੱਚ ਤੁਸੀਂ ਦੇਖੋਗੇ ਕਿ ਸਭ ਤੋਂ ਪਹਿਲਾਂ ਪੋਟਾਸ਼ੀਅਮ, then ਸੋਡੀਅਮ, then ਕੈਲਸ਼ੀਅਮ, then ਮੈਗਨੀਸ਼ੀਅਮ, then ਐਲੂਮੀਨੀਅਮ, next zinc, next iron, lead, hydrogen, copper, mercury, silver ਅਤੇ ਗੋਲਡ ਨੂੰ ਰੱਖਿਆ ਹੋਇਆ ਹੈ। ਇਸ ਵਿੱਚ ਸਭ ਤੋਂ ਵੱਧ ਕਿਰਿਆਸ਼ੀਲ ਪੋਟਾਸ਼ੀਅਮ ਹੈ ਅਤੇ ਸਭ ਤੋਂ ਘੱਟ ਕਿਰਿਆਸ਼ੀਲ ਗੋਲਡ ਹੈ। ਇਸ ਸੀਰੀਜ਼ ਨੂੰ ਯਾਦ ਕਰਨ ਲਈ ਤੁਸੀਂ ਇਹਨਾਂ ਦੇ ਸਿੰਬਲ ਦੇ ਫਸਟ ਲੈਟਰ ਨੂੰ ਦੇਖ ਕੇ ਕੋਈ ਵੀ ਇੱਕ ਨਵੀਂ ਵਿਧੀ ਰਾਹੀਂ ਇਸ ਨੂੰ ਯਾਦ ਕਰ ਸਕਦੇ ਹੋ। ਜਿਵੇਂ केदारनाथ का माली आलू ज़रा फीके पकाता है, कौन है आगे आओ। के फॉर केदार, एन फॉर नाथ, सी फॉर का, एम फॉर माली, ए फॉर आलू, जेड फॉर ज़रा, एफ फॉर फीके, पी फॉर पकाता, एच फॉर है, सी फॉर कौन, एच फॉर है, ए फॉर आगे, ए फॉर आओ। सो तुसी अपने अकॉर्डिंग कोई भी विधि रख के इसनू याद कर सकते हो। मैं आस करती हाँ कि तुसी इस ਲੈਕਚਰ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਹੋਵੇਗਾ, ਸਮਝਿਆ ਹੋਵੇਗਾ ਅਤੇ ਆਪਣੀ ਕਾਪੀ ਉੱਤੇ ਨੋਟ ਵੀ ਕੀਤਾ ਹੋਵੇਗਾ। ਆਓ ਇਸ ਲੈਕਚਰ ਦੀ ਰਿਵੀਜ਼ਨ ਕਰੀਏ। ਸਕਰੀਨ ਉੱਤੇ ਕੁਝ ਪ੍ਰਸ਼ਨ ਦਿੱਤੇ ਹੋਏ ਹਨ। ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਆਪਣੀ ਕਾਪੀ ਉੱਤੇ ਨੋਟ ਕਰ ਲਵੋ ਅਤੇ ਇਹਨਾਂ ਦੇ ਸਹੀ ਉੱਤਰ ਲੱਭਣ ਦੀ
ਕੋਸ਼ਿਸ਼ ਕਰੋ। प्यारे विद्यार्थियों, मैं आरती देवी, साइंस मिस्ट्रेस, गवर्नमेंट हाई स्कूल बाड़ साहिब, डिस्ट्रिक्ट पठानकोट ਅਤੇ ਮੇਰੀ ਸਾਇੰਸ ਟੀਮ ਜ਼ਿਲ੍ਹਾ ਪਠਾਨਕੋਟ ਵੱਲੋਂ ਆਪ ਸਭ ਦਾ ਇਸ ਲੈਕਚਰ ਨੂੰ ਵੇਖਣ ਲਈ ਅਤੇ ਸਮਝਣ ਲਈ ਤਹਿ ਦਿਲੋਂ ਧੰਨਵਾਦ ਕਰਦੀ ਹਾਂ।